मोदी सरकार मुर्दाबाद, मोदी सरकार मुर्दाबाद। किसान एकता जिंदाबाद, इनकलाब जिंदाबाद, इनकलाब जिंदाबाद। मोदी मर गया, हाय हाय, मोदी मर गया, हाय हाय, कैप्टन मर गया। जमीना खोण नू फिरदे ने। नमस्कार सभी को। अभी जो कल आपसे बातचीत हो रही थी पेज पे मैंने डाला था, तो आज किसान संगठन गांव-गांव रैली निकाल रहे हैं और जो 3 अध्यादेश केंद्र की सरकार ने पास किए हैं उनके बारे में जानकारी दे रहे हैं। तो हमारे साथ किसान साथी हैं जो पटियाला भी गए थे और इनसे बात करेंगे क्या बादल गांव में गए थे और क्या अध्यादेश के बारे में इनसे पूछेंगे और गांव के लोगों को चेतन और जागरूक बनाने के लिए अध्यादेशों के बारे में जागरूक करने के लिए क्या क्या कर रहे हैं। इनका नाम भी हम जानेंगे। जी, आप अपना नाम बताएं और क्या क्या आप कर रहे हैं। कितने किलोमीटर की रैली है, कितने गांव में आपने रैली अभी निकालनी है? अभी रैली भी आपको दिखाएंगे, वो साथी आगे गए हैं। मेरा नाम है जी मक्खन सिंह पापड़ा। मैं भारतीय किसान यूनियन एकता गुराहा का सकत्तर हूँ, लहरा ब्लॉक का। जो ये सरकार ऑर्डिनेंस लेकर आई है 3 ऑर्डिनेंस, ये बहुत ख़तरनाक हैं। एक तरह के किसानों के मौत के वारंट हैं। तो किसान तो पहले से भूखा मर रहा था, अपना रोज़ आत्महत्या कर रहा था। ये मोदी सरकार जो 3 अध्यादेश लेकर आई है कि जैसे खुली मंडी और ज़रूरी वस्तां एक्ट और बिजली एक्ट 2020, ये तिन्ने बहुत खतरनाक जो अध्यादेश जी। ਤੇ ਕੰਟਰੈਕਟ ਫਾਰਮਿੰਗ ਦੀ ਜੇ ਗੱਲ ਕਰੀਏ, ਕੰਟਰੈਕਟ ਫਾਰਮਿੰਗ ਦਾ ਵੀ ਇਹ 'ਚ ਹੈਗਾ ਤੇ ਕੰਟਰੈਕਟ ਫਾਰਮਿੰਗ ਤਾਂ ਸਰਕਾਰ ਦੱਸਦੀ ਬਹੁਤ ਵਧੀਆ ਹੈ। ਜਿੱਦਾਂ ਅਮਰੀਕਾ 'ਚ ਲਾਗੂ ਹੈ, ਕੈਨੇਡਾ 'ਚ ਲਾਗੂ ਹੈ, ਯੂਰਪ ਦੇ ਦੇਸ਼ਾਂ 'ਚ ਲਾਗੂ। ਉਹ ਕਹਿੰਦੇ ਉੱਥੇ ਦੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਉਹਦੇ ਨਾਲ ਖੁਸ਼ਹਾਲ ਸਾਡਾ ਦੇਸ਼ ਦਾ ਕਿਸਾਨ ਹੋ ਜਾਏਗਾ। ਇਹਦੇ ਬਾਰੇ ਤੁਸੀਂ ਇਹ ਜੇ ਜਿਹੜੀ ਇਹ ਹੈਗੀ ਹੈ ਨਾ ਕੰਟਰੈਕਟ ਖੇਤੀ, ਇਹ ਬਹੁਤ ਖਤਰਨਾਕ ਹੈ। ਕਿਉਂਕਿ ਪਹਿਲਾਂ ਤਾਂ ਇਹ ਜਿਹੜੇ ਸਾਡੇ 2-2 3-3 ਏਕੜ ਜ਼ਮੀਨ ਹੈ, ਇਹ ਨਹੀਂ ਰਹਿਣੇ ਹੈਗੇ। ਇਹ ਵੱਟਾਂ ਡੌਲਾਂ ਪਈਆਂ ਸਭ ਚੱਕ ਦੇਣੀਆਂ ਨੇ। ਦੂਸਰਾ, ਇਹਨਾਂ ਨੇ ਵੱਡੇ ਟਰੈਕਟਰ ਲੈ ਕੇ ਆਉਣੇ ਨੇ। ਸਾਡੇ ਕੋਲੇ ਜਿਹੜੇ ਲਾਲ ਟਮਾਟਰੀ ਰੰਗ ਦੇ ਟਰੈਕਟਰ ਲੈ ਕੇ ਕਿਸਾਨ ਪੂਰਾ ਚੌੜਾ ਹੋਇਆ ਫਿਰਦਾ, ਇਹ ਸਭ ਇਹਨਾਂ ਨੇ ਕਬਾੜ ਚ ਲਵਾ ਦੇਣਾ। ਵੱਡੇ ਵੱਡੇ ਕਈ ਹਜ਼ਾਰ ਪਾਵਰ ਦੇ ਟਰੈਕਟਰ ਆਉਣੇ ਨੇ। 500 ਜੋ ਉਹਨਾਂ ਦੇ ਮਾਗਰ ਲੱਗੀਆਂ ਹੋਈਆਂ ਹੋਣਗੀਆਂ ਤਵੀਆਂ, ਕਲਟੀਵੇਟਰ, ਉਹਨਾਂ ਨਾਲ ਇਹਦੀ ਵਹਾਈ ਕਰਨੀ ਹੈ। ਇਹ ਸਾਡਾ ਜਿਹੜਾ ਸੰਦ ਸਲੇਟ ਹੈ, ਟਰੈਕਟਰ, ਟਰਾਲੀ, ਕਲਟੀਵੇਟਰ, ਬੀਜਣ ਵਾਲੀ ਮਸ਼ੀਨ, ਇਹ ਸਭ ਕਬਾੜ 'ਚ ਚਲਿਆ ਜਾਊਗਾ। ਇਸ ਕਰਕੇ ਇਹਦਾ ਸਾਨੂੰ ਕੋਈ ਫਾਇਦਾ ਨਹੀਂ। ਇਹਨਾਂ ਨੇ ਆਪਦੀ ਖੇਤੀ ਕਰਵਾਉਣੀ ਹੈ। ਖੇਤੀ ਕਰਵਾ ਕੇ ਜਿਵੇਂ 1 ਕਿੱਲੇ 'ਚੋਂ 100 ਏਕੜ ਫਸਲ ਹੈ, ਜੇ ਉਹਦੇ 'ਚੋਂ ਵੱਧ ਫਸਲ ਨਿਕਲੂਗੀ ਫਿਰ ਉਹ ਕਹਿਣਗੇ ਇਹਨੂੰ ਜਿੱਧਰ ਮਰਜ਼ੀ ਲੈ ਕੇ ਜਾਓ, ਅਸੀਂ ਨਹੀਂ ਇਹਨੂੰ ਲੈਣਾ ਹੈਗਾ। ਜੇ ਉਹ 'ਚੋਂ ਘੱਟ ਨਿਕਲਦੀ ਹੈ ਫਿਰ ਇਹ ਉਸ ਦੇ ਵਿੱਚੋਂ ਡਿਮਾਰਚ ਭਰਾਉਣਗੇ ਆਪਣੇ ਤੋਂ। ਇਸ ਤਰ੍ਹਾਂ ਇਹ ਆਪਣੇ ਵਾਸਤੇ ਬਹੁਤ ਡੇਂਜਰਸ ਹੈ। ਤੇ ਕਿਸਾਨ ਭਰਾਵਾਂ ਤੁਸੀਂ ਕੀ ਅਪੀਲ ਕਰੋਗੇ? ਕਿਸਾਨ ਭਰਾ ਨੇ ਜਿਹੜੇ ਪਿੰਡਾਂ 'ਚ ਤੁਸੀਂ ਰੈਲੀ ਕੱਢ ਰਹੇ ਹੋ। ਅਸੀਂ ਤਾਂ ਇਹ ਕਹਿ ਰਹੇ ਹਾਂ ਜੀ, ਸਾਡਾ ਸਾਥ ਦਿਓ। ਵਰਨਾ ਪਛਤਾਉਣ ਤੋਂ ਸਿਵਾ ਆਪਣੇ ਕੋਲ ਕੁਝ ਨਹੀਂ ਰਹਿ ਜਾਊਗਾ। ਹੁਣ ਆਪਣੇ ਕੋਲ ਚਾਰ ਫਸਲਾਂ ਜਿਹੜਾ ਉਹਦੀ MSP ਹੈ, ਮੱਕੀ, ਗੰਨਾ, ਕਣਕ ਤੇ ਚਾਵਲ, ਇਹਨਾਂ ਚਾਰਾਂ ਦੀ MSP ਹੈ। ਮੱਕੀ 800 ਰੁਪਏ ਖਰੀਦੀ ਜਾ ਰਹੀ ਹੈ, ਜਦੋਂ ਕਿ ਉਹਦਾ MSP 1850 ਰੁਪਏ ਹੈ। ਜਦੋਂ ਉਹ ਹੁਣੀ ਆਪਣੇ ਨੂੰ ਮੁੱਲ ਨਹੀਂ ਮਿਲ ਰਿਹਾ, ਫਿਰ ਆਪਾਂ ਨੂੰ ਕੀ ਦੇਣਾ ਇਹਨਾਂ ਨੇ? ਇਸ ਤਰ੍ਹਾਂ ਇਹਦੇ ਨਾਲ ਆੜਤੀਆ ਵਰਗ, ਵਪਾਰੀ ਵਰਗ ਤੇ ਆਪਣਾ ਜਿਹੜੇ ਲੇਬਰ, ਇਹ ਸਾਰੇ ਜਿਹੜੇ ਨੇ ਇਹਨਾਂ ਦਾ ਸੱਤਿਆਨਾਸ਼ ਹੋ ਜਾਊਗਾ। ਹਾਂਜੀ, ਬਹੁਤ ਧੰਨਵਾਦ। ਬਾਕੀ ਹੋਰ ਆਪਣੇ ਕਿਸਾਨ ਵੀਰ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਨੇ। ਹਾਂਜੀ, ਤੁਸੀਂ ਕੀ ਅਪੀਲ ਕਰੋਗੇ ਲੋਕਾਂ ਨੂੰ ਤੇ ਅਧਿਆਦੇਸ਼ ਬਾਰੇ ਤੁਸੀਂ ਕੀ ਦੱਸ ਸਕਦੇ ਹੋ ਜਿਹੜਾ ਰਾਜ ਸਭਾ 'ਚ ਵੀ ਕੇਂਦਰ ਦੀ ਸਰਕਾਰ ਨੇ ਬਹੁਤ ਧੱਕੇ ਨਾਲ ਪਾਸ ਕਰਾਇਆ? ਡਿਵੀਜ਼ਨਲ ਵੋਟਿੰਗ ਹੋਣੀ ਸੀ, ਉਹਨਾਂ ਨੇ ਵੋਇਸ ਵੋਟਿੰਗ ਕਰਾ ਕੇ ਪਾਸ ਕਰਵਾਤਾ। ਜਿਹੜੇ ਵਿਰੋਧੀ ਦਲ ਸੀਗੇ ਉਹ ਵੀ ਮੌਜੂਦ ਨਹੀਂ ਸੀਗੇ, ਤਾਂ ਕਰਕੇ ਵੀ ਉਹਨਾਂ ਨੇ ਪਾਸ ਕਰਾਤਾ। ਤੇ ਹੁਣ ਕਿਸਾਨ ਨੂੰ ਮਜਬੂਰ ਹੋਣਾ ਪਿਆ ਕਿਉਂਕਿ ਫਸਲ ਆਈ ਪਈ ਹੈ। 1509 ਮੈਂ ਦੇਖਦਾ ਕਿ ਜੀਰੀ ਆਈ ਹੈ ਆਪਣੀ, ਤੇ ਤਾਂ ਵੀ ਕਿਸਾਨਾਂ ਨੂੰ ਮਜਬੂਰ ਹੋ ਕੇ ਸੜਕਾਂ 'ਤੇ ਉਤਰਨਾ ਪਿਆ। ਤੁਸੀਂ ਕੀ ਕਹੋਗੇ ਇਹਦੇ ਬਾਰੇ? ਮੈਂ ਲਾਭ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਪਿੰਡ ਗੁਰਨੇ ਇਕਾਈ ਪ੍ਰਧਾਨ। ਜਿਹੜਾ ਇਹ ਆਰਡੀਨੈਂਸ ਸਰਕਾਰ ਹੁਣ ਲੈ ਕੇ ਆਈ ਹੈ, ਇਹ ਦੇਸ਼ ਪੱਧਰ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਝੂਠਾ ਲਾਰਾ ਲਾ ਕੇ BJP ਸਰਕਾਰ ਬਹੁਮਤ ਦੇ ਹਿਸਾਬ ਨਾਲ ਆਪਦਾ ਬਿੱਲ ਲੈ ਕੇ ਆਈ ਹੈ। ਇਹ ਨਰਸਿਮਹਾ ਰਾਓ ਪਹਿਲਾਂ ਇਹ ਸਕੀਮਾਂ ਲੈ ਕੇ ਆਇਆ ਸੀ 1991 ਦੇ ਵਿੱਚ, ਡੰਕਲ ਤਮੀਜ਼ਾਂ ਜਿਨ੍ਹਾਂ ਨੂੰ ਕਿਹਾ ਜਾਂਦਾ। ਇਹ ਅਸਲ ਨਿੱਜੀਕਰਨ ਦਾ ਕਹਾੜਾ ਲੋਕਾਂ ਤੇ ਵਾਰਨਾ ਹੈ। ਇਹਨੂੰ ਸਾਰੇ ਨੂੰ ਕੋਆਪਰੇਟ ਘਰਾਣੇ ਨੂੰ ਦੇ ਕੇ ਇਹਦੇ ਵਿੱਚੋਂ ਵਪਾਰੀਆਂ ਨੂੰ 15 ਘਰਾਣੇ ਨੇ ਜਿਹੜੇ
ਇੰਡੀਆ ਦੇ ਵਿੱਚ ਉਹਨਾਂ ਦੇ ਹੱਥ 'ਚ ਦੇ ਕੇ ਸਾਰਾ ਵਪਾਰ ਸਿਸਟਮ ਬਣਾ ਕੇ ਇਹ ਖੇਤੀ ਨੂੰ ਆਪਦੇ ਹੱਥਾਂ 'ਚ ਲੈ ਕੇ ਇੱਕ ਹੀ ਧੰਦਾ ਰਹਿੰਦਾ ਸੀ, ਬਾਕੀ ਦਾ ਤਕਰੀਬਨ ਸਾਰੇ ਇਹਨੇ ਜਿੰਨੇ ਮਹਿਕਮੇ ਨੇ ਪ੍ਰਾਈਵੇਟ ਕਰਤੇ। ਇੱਕ ਖੇਤੀ ਦੀ ਜਿਹੜੀ ਲੋਕਾਂ ਦੇ ਆਪਦੇ ਹਵਾਲੇ ਸੀ, ਅੱਜ ਇਹਨੇ ਉਹ ਆਰਡੀਨੈਂਸ ਪਾਸ ਕਰਕੇ ਜ਼ਮੀਨਾਂ ਦੇ ਵੀ ਵੱਡੇ ਪੱਧਰ ਤੇ ਵੱਡੇ ਫਾਰਮ ਬਣਾ ਕੇ ਇਹਨਾਂ ਜਹਾਜ਼ਾਂ ਤੋਂ ਖੇਤੀ ਕਰਾਉਣੀ ਹੈ। ਇਹ ਉਹ ਅਡਾਨੀ ਵਾਨੀਆਂ ਨੂੰ ਦੇਣ ਵਾਸਤੇ ਖੁੱਲੇ ਗੱਫੇ ਇਹ ਆਪਦਾ ਰਾਹ ਤਿਆਰ ਕਰ ਰਿਹਾ। ਹਾਂਜੀ, ਤੁਸੀਂ ਗੈਟ ਕਰਾਰ ਦਾ ਮੈਨੂੰ ਸਹੀ ਯਾਦ ਦਿਵਾਤਾ ਕਿਸਾਨਾਂ ਨੂੰ। ਗੈਟ ਕਰਾਰ ਵੀ ਇਦਾਂ ਹੀ ਪਾਸ ਹੋਇਆ ਸੀ, ਜਿਹੜਾ 1995-96 ਪਾਸ ਹੋਇਆ ਸੀ। 25 ਜਾਂ 24 ਦਸੰਬਰ ਦੀ ਮੈਨੂੰ ਡੇਟ ਪੱਕਾ ਯਾਦ ਨਹੀਂ, ਤੁਸੀਂ ਦੇਖ ਲਿਓ। ਉਸ ਡੇਟ ਨੂੰ ਸਾਰੇ ਹੀ ਜਿੰਨੇ MP ਸੀਗੇ ਲੋਕ ਸਭਾ ਦੇ, ਉਹ ਵਿਰੁੱਧ ਸੀਗੇ ਉਹਨਾਂ ਦੇ। ਲੇਕਿਨ ਇੱਕ ਰਾਤ ਬਾਅਦ ਪਤਾ ਨਹੀਂ ਕੀ ਅਚਾਨਕ ਹੋਇਆ, ਕਿਸੇ ਵੀ MP ਨੇ ਵਿਰੋਧ ਨਹੀਂ ਕੀਤਾ, ਨਿਰਵਿਰੋਧ ਜਿਹੜਾ ਗੈਟ ਕਰਾਰ ਸੀਗਾ, ਡੰਕਲ ਪ੍ਰਸਤਾਵ ਸੀਗਾ, ਉਹ ਪਾਸ ਹੋ ਗਿਆ ਸੀ। ਤੇ ਉਹਦੇ ਜਿਹੜੇ ਦੁਸ਼ਪ੍ਰਭਾਵ ਸੀਗੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਹੁਣ। ਤੇ ਹੁਣ ਤਾਂ ਇਹ ਪ੍ਰਾਈਵੇਟ ਸੈਕਟਰ ਨੂੰ ਲਿਆਉਣ ਨੂੰ ਫਿਰਦੇ ਆ ਆਪਣੀ ਖੇਤੀ 'ਚ। ਉਹਦੇ ਹੋਰ ਵੀ ਆਪਾਂ भाई आपको बता दूं कि रैली निकल रही है किसानों को जागरूक करने के लिए, और कितने किसान ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਮੁਰਦਾਬਾਦ। ਮੋਦੀ ਭਾਜਪਾ ਹਕੂਮਤ ਮੁਰਦਾਬਾਦ। भाई जी नारा ला दो, एक बारी करा नारा ला दो किसानों का भाई। सत श्री अकाल जी। आ पूरा रोष प्रदर्शन है तो केंद्र सरकार ने ਜਿਹੜੇ 3 ਆਰਡੀਨੈਂਸ ਧੱਕੇ ਨਾਲ ਹੀ ਪਾਸ ਕੀਤੇ ਨੇ, ਤੇ ਮੈਂ ਹੋਰ ਕਿਸਾਨ ਵੀਰ ਸੀਗੇ ਤੁਹਾਡੇ ਰੈਲੀ 'ਚ, ਉਹਨਾਂ ਨਾਲ ਵੀ ਗੱਲ ਕੀਤੀ ਹੈ। ਤੇ ਇਹਦੇ ਬਾਰੇ ਤੁਸੀਂ ਦੱਸੋ ਕਿ ਕਿੱਦਾਂ ਇਹ ਮੋਦੀ ਸਰਕਾਰ ਤਾਂ ਕਹਿ ਰਹੀ ਹੈ ਕਿ ਹਾਲੇ ਬਹੁਤ ਸਾਰੇ ਕਿਸਾਨ ਮੈਂ ਦੇਖਿਆ ਕਿ ਹਾਲੇ ਜਾਗਰੂਕ ਨੇ, ਕਹਿੰਦੇ ਕਿ ਵਿਚੌਲੀਏ ਹਟ ਜਾਣਗੇ ਤੇ ਰੇਟ ਕਿਸਾਨਾਂ ਨੂੰ ਵਧੀਆ ਮਿਲੇਗਾ। ਤੇ ਇੱਕ ਗੈਟ ਕਰਾਰ ਦਾ ਵੀ ਜੇ ਤੁਸੀਂ ਜ਼ਿਕਰ ਕਰ ਦੋ, 1995-96 'ਚ ਜਿਹੜਾ ਹੋਇਆ ਸੀ ਧੱਕੇ ਨਾਲ ਉਹ ਕਰਾਇਆ ਸੀ। ਤੇ ਹੁਣ ਤੁਸੀਂ ਦੱਸਿਓ ਕੀ ਨਾਂ ਤੁਹਾਡਾ ਹੈ ਤੇ ਜ਼ਿੰਮੇਵਾਰੀ ਕੀ ਤੁਸੀਂ ਲਈ ਹੈ? ਪਹਿਲੀ ਗੱਲ ਇਹ ਹੈ, ਮੈਂ ਜਨ ਕਪਤਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਸਮੀਤ ਪ੍ਰਧਾਨ ਪੰਜਾਬ। ਜਿਹੜੀ ਗੱਲ ਤੁਸੀਂ ਕਹੀ ਹੈ ਵੀ 95-96 ਦੀ ਗੱਲ ਕੀਤੀ ਹੈ, ਅਸਲ ਦੇ ਵਿੱਚ ਨਰਸਿਮਹਾ ਰਾਓ ਸਰਕਾਰ 1991 ਦੇ ਵਿੱਚ ਇਹ WTO ਜਿਹੜਾ ਸਮਝੌਤਾ ਹੈ, ਜਿਹਨੂੰ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹ ਉਦੋਂ ਲੈ ਕੇ ਆਈ ਹੈ। ਉਦੋਂ ਤੋਂ ਲੈ ਕੇ ਵੱਖ-ਵੱਖ ਅਦਾਰਿਆਂ 'ਚ, ਚਾਹੇ ਉਹ ਬਿਜਲੀ ਬੋਰਡ ਨੂੰ ਵੇਚਣ ਦੀ ਗੱਲ ਹੈ, ਚਾਹੇ ਸਕੂਲ ਬੰਦ ਕਰਨ ਦੀ ਗੱਲ ਹੈ, ਚਾਹੇ ਹਸਪੀਟਲ ਵੇਚਣ ਦੀ ਗੱਲ ਹੈ, ਚਾਹੇ ਰੋਡਾਂ ਦੇ ਉੱਤੇ ਟੋਲ ਪਲਾਜ਼ੇ ਲਾਉਣ ਦੀ ਗੱਲ ਹੈ, ਜਾਂ ਮਜ਼ਦੂਰਾਂ ਦੀ ਮਜ਼ਦੂਰੀ 8 ਘੰਟੇ ਤੋਂ 12 ਘੰਟੇ ਕਰਨ ਦੀ ਗੱਲ ਹੈ, ਉਹ ਸਾਰੇ ਤਬਕਿਆਂ ਨੂੰ ਮਾਂਜਦੇ ਆ ਰਹੇ ਹੈ। ਪਰ ਹੁਣ ਉਹਨਾਂ ਦੀ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਹੈ, ਜਿਹੜਾ ਇੱਥੋਂ ਦਾ ਕਿਸਾਨ ਹੈ, ਇਹ 3 ਜਿਹੜੇ ਮਾਰੂ ਆਰਡੀਨੈਂਸ ਲੈ ਕੇ ਆਏ ਹੈ, ਉਹਦੇ ਬਿੱਲ ਬਣਾਤੇ, ਉਹਦਾ ਕਾਨੂੰਨ ਬਣਾਤਾ। ਇਹ ਕਹਿ ਰਹੇ ਹੈ ਵੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਅਸੀਂ ਉਹਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿਹਨਾਂ ਦੀ ਆਮਦਨ ਉਹ ਦੁੱਗਣੀ ਕਰਨਗੇ, ਉਹ ਸੜਕਾਂ ਦੇ ਪਿੱਟਦੇ ਕਿਉਂ ਫਿਰਦੇ ਹੈ? ਉਹ ਰੋਸ ਕਿਉਂ ਕਰਦੇ ਹੈ? ਉਹ ਆਮਦਨ ਦੁੱਗਣੀ ਨਹੀਂ ਕਰਦੇ। ਅਸਲ ਦੇ ਵਿੱਚ ਇੱਥੋਂ ਦੀ 70% ਕਿਸਾਨੀ ਹੈ ਜਿਹਦੇ ਕੋਲ 3 ਏਕੜ ਤੋਂ ਘੱਟ ਜ਼ਮੀਨ ਹੈ। ਉਹ ਇਹਨੂੰ ਪੁਸ਼ ਆਊਟ ਕਰਨਾ ਚਾਹੁੰਦੇ ਹੈ, ਇਹਦੀ ਸਾਰੀ ਜ਼ਮੀਨ ਖੋਹ ਕੇ ਵੱਡੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਹੈ। ਇੱਥੋਂ ਦੇ ਜਿਹੜੇ ਸਟੋਰ ਹੈ, ਜਿਹੜੇ ਅਡਾਨੀਆਂ ਨੇ ਪਾਏ ਹੈ, ਉਹ ਸਾਰੇ ਖੇਤੇ ਕੰਟਰੋਲ ਕਰਨਾ ਚਾਹੁੰਦੇ ਹੈ। ਉਹ ਚਾਹੁੰਦੇ ਹੈ ਜਲ ਨੀਤੀ ਕਰਕੇ ਪਾਣੀ ਤੇ ਕੰਟਰੋਲ ਕਰਨਾ, ਇਹ ਆਰਡੀਨੈਂਸ ਜਾਰੀ ਕਰਕੇ ਸਾਰੀ ਜਿਹੜੀ ਇੱਥੋਂ ਦੀ ਜ਼ਮੀਨ ਹੈ, ਇੱਥੋਂ ਦੀ ਪ੍ਰੋਡਕਸ਼ਨ ਹੈ, ਉਹਨੂੰ ਆਪਦੇ ਕੰਟਰੋਲ 'ਚ ਕਰਕੇ। ਇਹ ਕਰਨ ਨਾਲ ਕਿਸਾਨ ਮਰੂਗਾ ਤੇ ਕਿਸਾਨ ਦੇ ਨਾਲ ਸਾਰਾ ਹਿੰਦੁਸਤਾਨ ਮਰੂਗਾ, ਕਿਉਂਕਿ ਉਹ ਫਸਲਾਂ ਲੈਣਗੇ, ਜਿਵੇਂ ਮੱਕੀ ਹੁਣ 600 ਰੁਪਏ ਲੈਂਦੇ ਹੈ ਤੇ ਵੇਚਦੇ 2200 ਰੁਪਏ ਹੈ। ਇਹੀ ਸਾਡੀ ਫਸਲਾਂ ਦਾ ਹੋਊਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਮੌਤ ਦੇ ਬਰੰਟ ਹੈ। ਉਹ ਕੁਛ ਘਰ ਹੈ ਜਿਹੜੇ ਘਰਾਂ ਨੂੰ ਇਹ ਸਾਰਾ ਕੁਝ ਖੋ ਕੇ ਦੇਣਾ ਚਾਹੁੰਦੇ ਹੈ ਜੀ। ਤੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਡੀ ਜਿਹੜੀ ਕਣਕ ਹੈ ਤੇ ਸਾਡਾ ਜਿਹੜਾ ਦੁੱਧ ਹੈ, ਉਹ ਤੋਂ ਵੱਧ ਤਾਂ ਇਹਨਾਂ ਦਾ ਬੋਤਲਬੰਦ ਪਾਣੀ ਵਿਕਦਾ ਹੈ, ਤੇ ਸਾਡੇ ਆਲੂਆਂ ਤੋਂ ਵੱਧ ਇਹ ਪ੍ਰੋਸੈਸ ਕਰਕੇ ਚਿਪਸ ਵਿਕਦੇ ਆ। ਕਿੰਨੇ ਚਿਪਸ 20-25 ਰੁਪਏ ਦੇ ਉਹ ਪੈਕਟ ਆਉਂਦਾ ਹੈ, ਕਿੰਨਾ ਗ੍ਰਾਮ ਉਹ 'ਚ ਹੁੰਦਾ ਹੈ ਤੁਸੀਂ ਦੇਖ ਸਕਦੇ। ਤੇ ਤੁਸੀਂ ਇੱਕ ਅਸੈਂਸ਼ੀਅਲ ਕਮੋਡਿਟੀ ਐਕਟ ਹੈ, ਉਹ ਜਮਾਖੋਰੀ ਨੂੰ ਵਧਾਵੇਗਾ ਜਾਂ ਘਟਾਵੇਗਾ, ਉਹਦੇ ਬਾਰੇ ਤੁਹਾਡੀ? ਜਿਹੜਾ ਜਮਾਖੋਰੀ ਐਕਟ ਹੈ, ਇਹ ਅਸਲ ਦੇ ਵਿੱਚ 3 ਜੁੜਵੇਂ ਐਕਟ ਹੈ।
ਇਹਨਾਂ ਨੇ ਇਹ ਬਣਾਇਆ ਵੀ ਅਸੀਂ ਸਾਰੀ ਫਸਲ ਅਡਾਨੀ ਵਰਗੀਆਂ ਕੰਪਨੀਆਂ ਨੂੰ ਦੇ ਦਾਂਗੇ, ਉਹ ਖਰੀਦ ਲਿਆ ਕਰਨਗੇ। ਖਰੀਦਣ ਤੋਂ ਬਾਅਦ ਉਹਨਾਂ ਨੂੰ ਸਟੋਰ ਕਰਨ ਦਾ ਵੀ ਪੂਰਾ ਹੱਕ ਦੇਤਾ ਵੀ ਕੋਈ ਇਹ ਜ਼ਰੂਰੀ ਨਹੀਂ ਵੀ ਤੁਹਾਡੇ ਕੋਈ ਇਤਰਾਜ਼ ਕਰੇ, ਉਹ ਸਾਰਾ ਲੈ ਕੇ ਬਦਾਮਾਂ 'ਚ ਬੰਦ ਕਰ ਦਿਆ ਕਰਨਗੇ। ਫਿਰ ਲੋਕਾਂ 'ਚ ਨਕਲੀ ਕਿਲਤ ਪੈਦਾ ਕਰਨ ਤੋਂ ਬਾਅਦ ਜਿਵੇਂ DAP ਦੀ ਬੋਰੀ ਜਾਂ ਪਿੱਛੇ ਤੇਲ ਵਿਕਦਾ ਰਿਹਾ ਹੈ, ਤੇਲ ਦੀ ਢੋਲੀ 1 ਲੀਟਰ ਤੇਲ ਪਾ ਕੇ 19 ਲੀਟਰ ਪਾਣੀ ਪਾ ਕੇ ਲੋਕ ਰਾਤ ਲਿਆਉਂਦੇ ਰਹੇ ਹੈ। ਉਹੋ ਜਿਹੀ ਹਾਲਤ ਹਿੰਦੁਸਤਾਨ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਹੈ ਤਾਂ ਕਿ ਇੱਥੋਂ ਦੇ ਲੋਕ ਤੜਫ ਕੇ ਮਰਨ। ਜਿਹੜੀ ਆਜ਼ਾਦੀ ਦੀ ਗੱਲ ਕੀਤੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ, ਤੇ ਉਹਦੀ ਧਰਤੀ ਤੋਂ ਅਸੀਂ ਬਿਲੋਂਗ ਕਰਦੇ ਹਾਂ। ਉਹਨਾਂ ਨੇ ਜਿਹੜੀ ਆਜ਼ਾਦੀ ਦੀ ਗੱਲ ਕੀਤੀ ਸੀ ਕਿ ਉਹ ਆਜ਼ਾਦੀ ਇਹੀ ਆਜ਼ਾਦੀ ਦੀ ਉਹਨਾਂ ਨੇ ਗੱਲ ਕੀਤੀ ਸੀ। ਜਿਹੜੀ ਆਜ਼ਾਦੀ ਦੀ ਭਗਤ ਸਿੰਘ ਨੇ ਗੱਲ ਕੀਤੀ ਸੀ, ਇਹ 1947 ਚ ਜਿਹੜੀ ਸੱਤਾ ਬਦਲੀ ਹੋਈ ਹੈ, ਅਸੀਂ ਨੂੰ ਸੱਤਾ ਬਦਲੀ ਕਹਿੰਦੇ ਹਾਂ, ਅਸੀਂ ਨੂੰ ਆਜ਼ਾਦੀ ਨਹੀਂ ਕਹਿੰਦੇ ਹਾਂ। ਅਸਲ ਦੇ ਵਿੱਚ ਇਹ ਸੱਤਾ ਬਦਲੀ ਹੋਈ ਹੈ। ਉਹ ਇੱਕ ਈਸਟ ਇੰਡੀਆ ਕੰਪਨੀ ਨੂੰ ਇੱਥੋਂ ਭੇਜਤਾ, ਇੱਥੇ ਲੱਖਾਂ ਹੀ ਉਹ ਉਸ ਵਰਗੀਆਂ ਕੰਪਨੀਆਂ ਲੈ ਆਏ। ਭਗਤ ਸਿੰਘ ਦਾ ਰਾਜ ਇਹ ਨਹੀਂ ਸੀ ਕਹਿੰਦਾ ਕਿ ਇੱਥੇ ਮਜ਼ਦੂਰ ਭੁੱਖਾ ਮਰੇ, ਕਿਸਾਨ ਭੁੱਖਾ ਮਰੇ। ਉਹਦੇ ਰਾਜ ਦੇ ਵਿੱਚ ਉਹ ਗੱਲ ਕਹਿ ਕੇ ਆਇਆ ਸੀ ਵੀ ਮਨੁੱਖ ਦੀ ਲੜਾਈ ਉਦੋਂ ਤੱਕ ਮਨੁੱਖ ਨਾਲ ਚੱਲਦੀ ਰਹੂਗੀ ਜਦੋਂ ਤੱਕ ਮਨੁੱਖ ਦੀ ਲੁੱਟ ਮਨੁੱਖ ਕਰਦਾ ਰਹੂਗਾ। ਤੇ ਇਸ ਏਰੀਏ 'ਚ, ਇਸ ਪਿੰਡਾਂ 'ਚ ਜਿਹੜਾ ਇਹ ਬਾਰਡਰ ਦੇ ਨਾਲ ਏਰੀਆ ਲੱਗਦਾ ਹੈ ਹਰਿਆਣੇ ਦੇ ਨਾਲ, ਤੇ ਇਸ ਪਿੰਡ 'ਚ ਮੈਂ ਵੀ ਦੇਖਦਾ ਕਿ ਕਿਸਾਨ ਇੰਨੇ ਜਾਗਰੂਕ ਨੇ ਗਏ, ਸੁੱਤੇ ਪਏ ਨੇ। ਤੁਸੀਂ ਇਸ ਏਰੀਏ 'ਚ ਰੈਲੀ ਕੱਢੀ ਹੈ, ਮੈਂ ਸਾਰੇ ਵੀਰਾਂ ਨੂੰ, ਕਿਸਾਨ ਵੀਰਾਂ ਨੂੰ ਤੇ ਤੁਹਾਨੂੰ ਬਹੁਤ ਧੰਨਵਾਦ ਦਿੰਦਾ। ਮੈਂ ਵੀ ਵੇਟ ਕਰਦਾ ਸੀ ਕਿ ਕੋਈ ਤਾਂ ਆਵੇ, ਜਾਗਰੂਕ ਕਰੇ। ਤੇ ਕੀ ਤੁਸੀਂ ਉਮੀਦ ਕਰਦੇ ਹੋ ਇਹਨਾਂ ਕਿਸਾਨਾਂ ਨੂੰ ਤੇ ਜੋੜ ਕੇ ਰੱਖੋਗੇ ਇਹਨਾਂ ਨੂੰ? ਅਸੀਂ ਹਮੇਸ਼ਾ ਆਸਾਬੰਦੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਦੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਭਗਤ ਸਿੰਘ ਜੀ ਕਹਿ ਕੇ ਗਏ ਹੈ ਵੀ ਲੱਖਾਂ ਹੀ ਨੌਜਵਾਨਾਂ ਨੂੰ ਆਪਣੀਆਂ ਜ਼ਿੰਦਗੀਆਂ ਪਿੰਡਾਂ ਨੂੰ ਸੁਚੇਤ ਕਰਨ ਦੇ ਲਈ, ਪਿੰਡਾਂ ਨੂੰ ਸਿਆਣੇ ਕਰਨ ਦੇ ਲਈ, ਪਿੰਡਾਂ ਨੂੰ ਤੋਰਨ ਦੇ ਲਈ ਲਾਉਣੀਆਂ ਪੈਣਗੀਆਂ। ਕਿਉਂਕਿ ਅਜੇ ਤੱਕ ਤਾਂ ਅਸੀਂ ਕਿਸਮਤ 'ਚ ਉਲਝੇ ਫਿਰਦੇ ਹਾਂ। ਅਜੇ ਤੱਕ ਤਾਂ ਉਹ ਲਟੇਰੇ ਡੇਰਾਬਾਦ 'ਚ ਸਾਨੂੰ ਲੜਾ ਮਾਰੀ ਜਾਂਦੇ ਹੈ। ਅਸੀਂ ਇਹ ਨਹੀਂ ਵੀ ਨਾਲ ਜੋੜ ਕੇ ਰੱਖਾਂਗੇ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਰਾ ਏਰੀਆ ਕਵਰ ਕਰੀਏ। ਜੀ ਤੇ ਬਹੁਤ ਧੰਨਵਾਦ ਤੁਹਾਡਾ। ਤੇ ਅਸੀਂ ਹੋਰ ਵੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ। ਤੇ ਕੱਲ ਨੂੰ ਤੇ ਪਰਸੋਂ ਨੂੰ ਪੂਰੇ ਪੰਜਾਬ ਤੇ ਪੂਰੇ ਹਿੰਦੁਸਤਾਨ ਬੰਦ ਦਾ ਐਲਾਨ ਹੈ। ਤੇ ਇੱਕ ਵਾਰੀ ਸਾਰੇ ਵੀਰਾਂ ਨੂੰ ਇੱਕ ਵਾਰੀ ਉਹ ਗੁਜ਼ਾਰਿਸ਼ ਹੈ ਕਿ ਨਾਰਾ ਤੁਸੀਂ ਲਾ ਦਿਓ, ਇੱਕ ਵਾਰੀ ਉਧਰ ਨੂੰ ਘੁਮਾ ਦਿਓ ਤੁਸੀਂ। ਲਾਓ ਜੀ ਨਾਰਾ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। किसान एकता जिंदाबाद, इनकलाब जिंदाबाद, इनकलाब जिंदाबाद। केंद्र सरकार मुर्दाबाद, मोदी सरकार मुर्दाबाद, कैप्टन सरकार मुर्दाबाद, पंजाब सरकार मुर्दाबाद, भारतीय किसान यूनियन एकता ग्रह जिंदाबाद, मोदी सरकार मुर्दाबाद। एक बार पूरी रैली का भी मैं आपको दृश्य दिखा दूंगा। कितने लोग आए, कितने किसान आए हैं, कितने भाई का। नौजवानों का जनता कैप्टन मर गया। मोदी मर गया। भाई मैं लिंक भेज दूँगा ਤੁਹਾਨੂੰ, ਨੰਬਰ ਤੁਸੀਂ ਦੱਸ ਦਿਓ ਮੈਨੂੰ। 1 ਮਿੰਟ ਭਾਈ, ਬਸ ਇਹਨਾਂ ਦਾ ਬਣਾ ਲੂੰ, ਮੈਂ ਇੱਥੇ ਆ ਨਾ। ਹਾਂ ਬੋਲਣਾ ਭਾਈ, ਕੁਝ ਬੋਲੋਗੇ? ਲੈ ਕਿਉਂ ਤੁਸੀਂ ਇਹ ਰੈਲੀ ਕਰ ਰਹੇ ਹੋ? ਮੈਂ ਦੇਖ ਰਿਹਾ ਕਿ ਸਾਰੇ ਕਿਸਾਨ ਸੜਕਾਂ ਤੇ ਆਏ ਨੇ, ਆਪਣੀ ਫਸਲ ਵੀ ਆਈ ਹੈ ਹੁਣ ਇਸ ਟਾਈਮ ਤੇ ਜਦੋਂ ਕਿਸਾਨਾਂ ਨੂੰ ਖੇਤਾਂ 'ਚ ਹੋਣਾ ਚਾਹੀਦਾ, ਉਹ ਸੜਕਾਂ ਤੇ ਰੈਲੀਆਂ ਕੱਢ ਰਿਹਾ ਹੈਗਾ। ਪਟਿਆਲੇ ਹੈ, ਉਹ ਦਿੱਲੀ ਜਾਣ ਦੀ ਕੋਸ਼ਿਸ਼ ਕਰਦਾ ਹੈ, ਬਾਦਲ ਪਿੰਡ 'ਚ ਵੀ ਕੋਸ਼ਿਸ਼ ਬੈਠੇ ਨੇ, ਉਹ ਵਿਰੋਧ ਕਰਦੇ ਨੇ। ਇਹ ਕਾਫਲਾ ਜੋ ਨੌਜਵਾਨਾਂ ਦਾ ਤੇ ਕਿਸਾਨ ਮਜ਼ਦੂਰਾਂ ਦਾ ਭਾਰਤੀ ਕਿਸਾਨ ਏਕਤਾ ਗਰਾਹਾਂ ਵੱਲੋਂ
ਅੱਜ ਮਾਰਚ ਕੱਢਿਆ ਜਾ ਰਿਹਾ, ਕਿਉਂਕਿ ਕੱਲ 24 ਤਰੀਕ ਨੂੰ ਅਸੀਂ ਰੇਲਾਂ ਬੰਦ ਕਰਨੀਆਂ ਨੇ ਆਪਣੇ ਆਗੂਆਂ ਦੇ ਸੱਦੇ ਤੇ। ਜਿਹੜਾ ਸਵਾਲ ਤੁਸੀਂ ਕੀਤਾ ਵੀ ਫਸਲਾਂ ਪੱਕੀਆਂ ਪਈਆਂ ਨੇ, ਫਸਲਾਂ ਹਰ ਸਾਲ ਕਣਕ ਵੀ ਅਸੀਂ 60 ਮਣ ਕੱਢ ਕੇ ਦੇਖ ਲਈ, ਜੀਰੀ ਵੀ ਅਸੀਂ 100 ਮਣ ਕੱਢ ਕੇ ਦੇਖ ਲਈ। ਕਿਸਾਨ ਦਾ ਉਹੀ ਮੰਦਾ ਹਾਲ ਰਿਹਾ ਹੁਣ ਤੱਕ। ਹੁਣ ਜਿਹੜਾ ਮੋਦੀ ਨੇ ਐਡੀਨੈਸ 3 ਬਿੱਲ ਪੇਸ਼ ਕੀਤੇ ਨੇ, ਬਿਜਲੀ ਦਾ, ਜ਼ਰੂਰੀ ਵਸਤਾਂ ਦਾ ਤੇ ਆ ਕਿਸਾਨ ਮਾਰੂ ਨੀਤੀਆਂ ਦਾ, ਇਹਦਾ ਅਸੀਂ ਵਿਰੋਧ ਕਰਦੇ ਹਾਂ। ਇਸ ਸੰਬੰਧ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਆਏ ਹਾਂ ਵੀ ਇਕੱਠੇ ਹੋ ਕੇ ਆਪਾਂ ਇਹ ਹੱਲ ਕਰੀਏ। ਇਸ ਵਾਸਤੇ ਅਸੀਂ ਮਾਰਚ ਕੱਢਿਆ ਜੀ। मैं एक बार आपको बता देना चाहता हूँ, जो सारे देखने वाले हैं लोग, वो किसानों को ये ना समझें कि कोई भ्रमित कर रहा है। बहुत अच्छे तरीके से जितने भी किसानों से मैंने बात की है, वो चाहे असेंशियल कमोडिटी एक्ट हो, वो चाहे कॉन्ट्रैक्ट फार्मिंग के बारे में हो, वो चाहे MSP के बारे में, APMC को जो ख़त्म करने की बात है उसके बारे में हो, तो मोदी जी ऐसा तो मत बोलिए, कम से कम खट्टर जी, अपने अमरिंदर साहब ऐसे तो मत बोलिए किसानों को कुछ पता नहीं है, इनको कोई भ्रमित कर रहा है। मोदी जी ट्वीट डालते हैं कि किसानों को भ्रमित कर रहा है, लेकिन देख लीजिए मोदी जी सबको पता है, सबको अच्छे से जानकारी है, इनके पास बिल हैं और इन्होंने अच्छे से अध्ययन किया है, तो ऐसी कोई बात नहीं है। कुछ और बात आप रखना चाहें? और बात तो ऐसा है भी जो सरकारां ने ਇਹਦੀਆਂ ਨੀਤੀਆਂ ਮਾੜੀਆਂ ਨਾਲ ਸਾਡੇ ਲੋਕਾਂ ਨੂੰ, ਮਜ਼ਦੂਰਾਂ ਨੂੰ ਕਿਲੋ ਕਣਕ ਲੈਣ ਤੇ ਮਜਬੂਰ ਕਰਤਾ, ਜਿਹੜਾ ਕਿ ਹੁਣ ਤੱਕ ਸਾਡੇ ਬਜ਼ੁਰਗ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੀੜੀਆਂ ਵੰਡਦੇ ਸੀ ਤੇ ਉਹ ਵੀ ਲੋਕਾਂ ਨੂੰ ਇਸ ਪਾਸੇ ਲਾਤਾ। ਇੰਨੀ ਭੁੱਖਮਾਰੀ ਕਰਤੀ ਨੇ ਦੇਸ਼ ਦੇ ਵਿੱਚ ਤੇ ਕੋਈ ਕਿਸਾਨ ਕਿਸੇ ਨੂੰ ਰੀੜੀ ਦੇਣ ਜੋਗਾ ਵੀ ਨਹੀਂ ਹੈਗਾ। ਹਾਂਜੀ ਹਾਂਜੀ, ਕਿਲੋ ਆਟਾ ਦਾਣਾ ਸਕੀਮ ਦੇ ਕੇ ਉਹ ਵੀ ਨਹੀਂ ਮਿਲਦੀ, ਦਰ ਠੋਕਰਾਂ ਖਾਂਦੇ ਫਿਰਦੇ ਨੇ, ਮੰਗਣ ਲਾਤੇ। ਇਹ ਰਾਜਾ ਲੋਕ ਨੇ ਕਿਸਾਨ ਜਿਹੜੇ ਨੇ। ਨਹੀਂ ਤੇ ਕਿ ਫਿਰ ਤੁਸੀਂ ਦੇਖਦੇ ਹੋ ਕਿ ਸੈਂਟਰ 'ਚ ਸਰਕਾਰ ਬਦਲਣ ਨਾਲ, ਕਿਉਂਕਿ 70 ਸਾਲਾਂ ਤੋਂ ਸਰਕਾਰ ਹੀ ਬਦਲਦੇ ਆ ਰਹੇ ਨੇ ਕਿਸਾਨ, ਤੇ ਹੁਣ ਵੀ ਸਰਕਾਰ ਬਦਲਣ ਦੀ ਸੋਚ ਰਹੇ ਹੋ ਜਾਂ ਫਿਰ ਕੋਈ ਹੋਰ ਵਿਵਸਥਾ ਪਰਿਵਰਤਨ ਦੀ ਸੋਚ ਰਹੇ ਹੋ? ਸਰਕਾਰ ਤਾਂ ਕੋਈ ਮਰਜ਼ੀ ਆ ਜੇ, ਸਰਕਾਰ ਦੀਆਂ ਨੀਤੀਆਂ ਸਾਰਿਆਂ ਦੀਆਂ ਇਹੋ ਹੀ ਨੇ। ਜੋ ਵੀ ਸਰਕਾਰ ਆਊਗੀ ਤਾਂ ਕਿਸਾਨ ਮਾਰੂ ਨੀਤੀਆਂ ਤੇ ਆਈ ਆ। 50-55 ਸਾਲ ਤੋਂ ਆਪਾਂ ਨੂੰ ਦੇਖਦੇ ਹੋਏ ਵੀ ਇਹ ਮਾਰੂ ਨੀਤੀਆਂ ਵਾਲੀ ਆਂਦੀ ਆ। ਆਪਾਂ ਲੋਕਾਂ ਨੂੰ ਇੰਨਾ ਜਾਗਰੂਕ ਕਰ ਦਾਂਗੇ ਕਿ ਲੋਕ ਜੋ ਵੀ ਮਰਜ਼ੀ ਸਰਕਾਰ ਆ ਜੇ ਉਹ ਤੋਂ ਉਂਗਲ ਨਾਲ ਕੰਮ ਕਰਵਾਉਣਾ। ਹਾਂਜੀ, ਜਿਹੜੀ ਮਰਜ਼ੀ ਸਰਕਾਰ ਆ ਜੇ ਉਂਗਲ ਨਾਲ ਹੀ ਕੰਮ ਲੈਣਾ। ਇੰਨਾ ਕਹਿੰਦਾ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ ਵੀ ਸਾਰਿਆਂ ਦਾ, ਤੇ ਸਾਡੇ ਏਰੀਆ ਨੂੰ ਜਾਗਰੂਕ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਵੀ ਉਮੀਦ ਕਰਦੇ ਹਾਂ ਬਾਰ-ਬਾਰ ਆਉਂਦੇ ਰਹੋਗੇ ਤੁਸੀਂ, ਤੇ ਕਿਸਾਨ ਏਕਤਾ ਬਣੀ ਰਹੇਗੀ। ਕਿਸਾਨ ਏਕਤਾ ਜਿੰਦਾਬਾਦ। ਜੈ ਕਿਸਾਨ, ਜੈ ਜਵਾਨ।